ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਾਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪ੍ਰਾਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਗਰੀਬ ਨਵਾਜ, ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ। ਭਗਤ ਵਸ਼ਲ ਕਿਰਪਾ ਦੇ ਖਜ਼ਾਨੇ, ਲੋਕ ਅਤੇ ਪਰਲੋਕ ਦੇ ਸਹਾਇਕ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸ਼ਬਦ ਗੁਰੂ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਬਹੁਤ ਵੱਡੀਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਜੀ ਨੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਕੀਤੀ ਹੈ, ਮਿਹਰ ਦੀ ਨਜ਼ਰ ਕੀਤੀ ਹੈ। ਉਹਨਾਂ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਵਾਰ, ਆਸਾ ਜੀ ਦੀ ਵਾਰ ਦਾ ਕੀਰਤਨ ਬੜੇ ਪਿਆਰ ਇਕਾਗਰਚਿਤ ਹੋ ਕੇ ਸਰਵਣ ਕੀਤਾ ਹੈ। ਆਓ ਸਮਾਂ ਹੋਇਆ ਹੈ, ਚੱਲ ਲੜੀ ਵਾਰ ਗੁਰ ਸ਼ਬਦ ਵਿਚਾਰ ਦਾ। ਜੋ ਪਾਵਨ ਬਚਨ ਆਪ ਜੀ ਨੇ ਪਾਠ ਰੂਪ ਦੇ ਅੰਦਰ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ ਉਹਨਾਂ ਪਾਸੋਂ ਬੜੇ ਸ਼ਰਧਾ ਦੇ ਨਾਲ ਪਿਆਰ ਨਾਲ ਸਰਵਣ ਕੀਤੇ ਹਨ। ਇਹ ਪਾਵਨ ਬਚਨ ਬਿਲਾਵਲ ਦੀ ਵਾਰ ਜੋ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਔਰ ਇਸ ਵਾਰ ਦਾ ਇਹ ਅਖੀਰਲੀ ਪੌੜੀ, ਅਖੀਰਲਾ ਸ਼ਬਦ ਹੈ, ਜਿਹਦੇ ਅੰਦਰ 2 ਸ਼ਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਹਨ। ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਕੱਲ੍ਹ ਦੇ ਦੀਵਾਨ ਅੰਦਰ ਪਹਿਲੇ ਸ਼ਲੋਕ ਦੀ ਵਿਚਾਰ ਸਤਿਗੁਰ ਦੀ ਕਿਰਪਾ ਨਾਲ ਆਪਾਂ ਰਲ ਮਿਲ ਕੇ ਸਾਂਝੀ ਕੀਤੀ ਸੀ। ਅੱਜ ਦੂਸਰਾ ਸ਼ਲੋਕ ਗੁਰੂ ਅਮਰਦਾਸ ਜੀ ਮਹਾਰਾਜ ਤੇ ਨਾਲ ਲੱਗਦੀ ਪੌੜੀ ਦੀ ਵਿਚਾਰ ਸਤਿਗੁਰ ਜੀ ਦੀ ਕਿਰਪਾ ਬਖਸ਼ਿਸ਼ ਦੇ ਨਾਲ ਕਰਨੀ ਹੈ। ਸੋ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਸੰਗਤਾਂ ਦੇ ਚਰਨਾਂ ਦੀ ਬੇਨਤੀ ਹੈ, ਕਰੋ ਮਨ ਬਿਰਤੀਆਂ ਇਕਾਗਰ, ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਨ ਦਾ ਯਤਨ ਕਰੋ, ਮਨ ਨੂੰ ਟਿਕਾਉਣ ਦਾ ਯਤਨ ਕਰੋ, ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੂਸਰੇ ਸ਼ਲੋਕ ਅੰਦਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਸ ਨਿਰੰਕਾਰ ਵਾਹਿਗੁਰੂ ਦੀ ਜਿਹੜੀ ਸਿਫਤ ਹੈ, ਜੋ ਸਦੀਵੀ ਰਹਿਣ ਵਾਲਾ ਉਹ ਨਿਰੰਕਾਰ ਵਾਹਿਗੁਰੂ, ਜਿਹਦੀ ਹੋਂਦ ਨੂੰ ਕੋਈ ਖਤਰਾ ਨਹੀਂ। ਸਤਿਗੁਰੂ ਕਹਿੰਦੇ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈਂਦੇ ਹਨ, ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ, ਇਹ ਪ੍ਰਮਾਤਮਾ ਦੀ ਸਿਫਤ ਸਲਾਹ ਵਡਿਆਈ ਉਹਨਾਂ ਦੀ ਹਿਰਦੇ ਅੰਦਰ ਵਸਦੀ ਹੈ। ਸਤਿਗੁਰੂ ਜੀ ਕਹਿੰਦੇ ਹਨ, ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ। ਹਰ ਪ੍ਰਭ ਸੱਚਾ, ਸੱਚਾ ਤੋਂ ਭਾਵ ਸਦਾ ਥੇ ਰਹਿਣ ਵਾਲਾ।
ਵਾਹਿਗੁਰੂ ਪਰਮਾਤਮਾ ਜੋ ਸਦਾ ਥਿਰ ਹੈ, ਸਦਾ ਰਹਿਣ ਵਾਲਾ ਹੈ। ਸੋਹਿਲੇ ਤੋਂ ਭਾਵ ਹੈ ਉਹਦੀ ਸਿਵ ਸਲਾਹ ਦੇ ਗੀਤ, ਖੁਸ਼ੀ ਦੇ ਗੀਤ ਆਪਾਂ ਜਿਹਨੂੰ ਕਹਿ ਦਈਏ। ਗੁਰਮੁਖ ਨਾਮ ਗੋਵਿੰਦ, ਜਿਹੜੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈਂਦੇ ਹਨ, ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਜਿਹੜੀ ਸਿਫਤ ਹੈ, ਪਰਮਾਤਮਾ ਦੇ ਆਤਮ ਆਨੰਦ ਦੇਣ ਵਾਲਾ ਜੋ ਗੀਤ ਹੈ, ਉਹ ਗੁਰੂ ਦੀ ਸ਼ਰਨ ਵਿੱਚ ਪਿਆ ਮਿਲਦਾ ਹੈ। ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤੇ ਹਨ, ਜੋ ਸਾਡੀ ਨਿਤਨੇਮ ਦੀ ਪੰਜਵੀਂ ਬਾਣੀ ਹੈ। 39ਵੀਂ ਪਦਾ ਹੈ, ਪੌੜੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚੇ, ਜਿੱਥੇ ਸਦਾ ਸੱਚ ਧਿਆਵਹਿ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨ੍ਹਾਂ ਬੁਝਾਵਹਿ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੈ ਸੋ ਜਨ ਪਾਵਹਿ। ਕਹੇ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵਹਿ। ਸਤਿਗੁਰ ਨੇ ਸਾਨੂੰ ਉਹ ਜਗ੍ਹਾ ਵੀ ਦੱਸੀ ਹੈ, ਜਿਸ ਜਗ੍ਹਾ ਉੱਤੇ ਅਸੀਂ ਉਸ ਨਿਰੰਕਾਰ ਵਾਹਿਗੁਰੂ ਦੀ ਸਿਫਤ ਕਰਨੀ ਹੈ। ਉਹ ਜਗ੍ਹਾ ਕਿਹੜੀ ਹੈ? ਸਤਿਗੁਰ ਕਹਿੰਦੇ, ਇਹ ਸਾਚਾ ਸੋਹਿਲਾ, ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਵ ਸਲਾਹ ਦਾ ਗੀਤ ਕਿੱਥੇ ਗਾ? ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਜੋ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਦਾ ਘਰ ਹੈ। ਜੇ ਆਪਾਂ ਹੁਣ ਮਨ ਅੰਦਰ ਵਿਚਾਰ ਕਰੀਏ, ਸੰਸਾਰ ਤੇ ਸਦਾ ਰਹਿਣ ਵਾਲਾ ਨਹੀਂ, ਫਿਰ ਉਹ ਵਾਹਿਗੁਰੂ ਦਾ ਸਦਾ ਕਿਹੜਾ ਘਰ ਹੈ? ਸਤਿਗੁਰ ਕਹਿੰਦੇ, ਸਾਧ ਸੰਗਤ ਉਹਦਾ ਸਦੀਵੀ ਘਰ ਹੈ। ਸਾਧ ਸੰਗਤ ਵਿੱਚ ਬੈਠ ਕੇ ਉਸ ਨਿਰੰਕਾਰ ਵਾਹਿਗੁਰੂ ਦੀ ਸਿਫਤ ਕਰ, ਕਿਉਂਕਿ ਜਿਹੜੀ ਸੰਗਤ ਹੈ ਗੁਰੂ ਨੂੰ ਬੜੀ ਪਿਆਰੀ ਲੱਗਦੀ ਹੈ, ਪਰਮਾਤਮਾ ਨੂੰ ਬੜੀ ਪਿਆਰੀ ਹੈ। ਔਰ ਕਹਿੰਦੇ, ਨਾਰਦ ਮੁਨੀ ਨੇ ਇੱਕ ਵਾਰ ਪੁੱਛਿਆ ਸੀ ਪਰਮਾਤਮਾ ਨੂੰ ਕਿ ਹੇ ਨਿਰੰਕਾਰ ਪਰਮਾਤਮਾ ਜੀਓ, ਤੁਹਾਨੂੰ ਮਿਲਣਾ ਹੋਵੇ ਤੁਹਾਡੀ ਜਗ੍ਹਾ ਕਿਹੜੀ ਹੈ? ਵੈਸੇ ਤਾਂ ਤੁਸੀਂ ਤੇ ਘਟ ਘਟ ਦੇ ਅੰਦਰ ਰਮੇ ਹੋਏ ਹੋ, ਫਿਰ ਵੀ ਤੁਹਾਡਾ ਦਰਸ਼ਨ ਕਰਨ ਦਾ ਮਨ ਅੰਦਰ ਚਾਹ ਪੈਦਾ ਹੋਵੇ, ਤੁਹਾਡਾ ਦਰਸ਼ਨ ਕਰੀਏ ਤੇ ਕਿੱਥੇ ਕਰੀਏ? ਕਹਿੰਦੇ, ਉਸ ਵੇਲੇ ਨਿਰੰਕਾਰ ਵਾਹਿਗੁਰੂ ਨੇ ਕਿਹਾ ਸੀ, ਮੇਰਾ ਸਦੀਵੀ ਵਾਸਾ ਸੰਗਤ ਵਿੱਚ ਹੈ। ਔਰ ਗੁਰੂ ਸਾਹਿਬ ਨੇ ਵੀ ਬਚਨ ਕੀਤੇ ਹਨ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰਮਾਤਮਾ ਸੰਗਤ ਵਿੱਚ ਵਸਦਾ ਹੈ। ਇਸੇ ਵਾਸਤੇ ਅਸੀਂ ਗੁਰੂ ਚਰਨਾਂ ਵਿੱਚ ਆ ਕੇ ਸੰਗਤ ਵਿੱਚ ਅਰਦਾਸ ਕਰਦੇ ਹਾਂ। ਅੱਜ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਹੈ, ਆਗਮਨ ਪੁਰਬ ਹੈ। ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਸੰਗਤਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ, ਜਦੋਂ ਕਿ ਸਾਡੇ ਮਨ ਦੀ ਕੋਈ ਭਾਵਨਾ ਨਾ ਪੂਰਨ ਹੁੰਦੀ ਹੋਵੇ, ਕੋਈ ਮਨ ਦਾ ਮਨੋਰਥ ਹੋਵੇ, ਤੇ ਸਾਨੂੰ ਕੀ ਯਤਨ ਕਰਨਾ ਚਾਹੀਦਾ ਹੈ? ਤੇ ਉਸ ਵੇਲੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ ਸੀ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ, ਸੰਗਤ ਨੂੰ ਬੁਲਾਓ, ਧਰਮਸ਼ਾਲਾ ਵਿੱਚ ਇਕੱਠੇ ਹੋਵੋ, ਉਸ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਕਿਉਂਕਿ ਸੰਗਤੀ ਤੌਰ ਤੇ ਕੀਤੀ ਹੋਈ ਅਰਦਾਸ ਉਸ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੁੰਦੀ ਹੈ। ਬਾਕੀ ਹੋਰ ਪਦਾਰਥ ਹੀ ਗੁਰੂ ਘਰ ਵਿੱਚ ਲੈ ਕੇ ਆਉਂਦੇ ਮੁਬਾਰਕ ਹੈ, ਲੇਕਿਨ ਜਿਹੜੀ ਵਸਤੂ, ਜਿਹੜਾ ਪ੍ਰਸ਼ਾਦ ਗੁਰੂ ਨੂੰ ਪ੍ਰਵਾਨ ਹੈ, ਉਹ ਕੜਾਹ ਪ੍ਰਸ਼ਾਦ ਦੀ ਦੇਗ ਹੈ। ਕਿਉਂਕਿ ਇਹ ਮਰਿਆਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਰਹੀ, ਔਰ ਅੱਜ ਮਰਿਆਦਾ ਚੱਲ ਰਹੀ ਹੈ। ਅਸੀਂ ਬਚਨ ਵੀ ਪੜ੍ਹਦੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਕਿ ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗਤ ਵਿੱਚ ਬੈਠ ਕੇ ਸਤਿਗੁਰ ਕਹਿੰਦੇ, ਉਸ ਨਿਰੰਕਾਰ ਵਾਹਿਗੁਰੂ ਦਾ ਜਸ ਗਾ, ਉਹਦੀ ਸਿਫਤ ਕਰ, ਕਿਉਂਕਿ ਸਾਧ ਸੰਗਤ ਉਸ ਨਿਰੰਕਾਰ ਵਾਹਿਗੁਰੂ ਨੂੰ ਬੜੀ ਪਿਆਰੀ ਲੱਗਦੀ ਹੈ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਸਤਿਗੁਰ ਜੀ ਨੇ ਸੋਠ ਰਾਗ ਦੇ ਅੰਦਰ ਇੱਕ ਅਸ਼ਟਪਦੀ ਉਚਾਰਨ ਕੀਤੀ। ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਚ ਜਣਾ ਸਿਓ ਸੰਗ ਨਾ ਛੁਟਿਓ ਅਦਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਬਾਕੀ ਸਾਰੀ ਅਸ਼ਟਪਦੀ ਅੰਦਰ ਕਰਮ ਕਾਂਡਾਂ ਦਾ ਜ਼ਿਕਰ ਹੈ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹਿਤ, ਸ਼ਬਦ ਲੰਮਾ ਹੈ। ਅਖੀਰ ਤੇ ਉੱਤੇ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ, ਸਤਿਗੁਰ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਹਰੀ ਦੀ ਕੀਰਤੀ ਸਾਧ ਸੰਗਤ ਵਿੱਚ ਬੈਠ ਕੇ ਕਰਨੀ, ਇਹ ਸਭ ਤੋਂ ਸ੍ਰੇਸ਼ਟ ਕਰਮ ਹੈ। ਇਹ ਸਾਰੇ ਕਰਮਾਂ ਨਾਲੋਂ ਉੱਚਾ ਕਰਮ ਹੈ, ਵਧੀਆ ਕਰਮ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੇ ਕਰਮਾ। ਸਾਰੇ ਕੰਮਾਂ ਵਿੱਚੋਂ ਸ੍ਰੇਸ਼ਟ ਕਰਮ ਹੈ ਗੁਰੂ ਦੀ ਸੰਗਤ ਵਿੱਚ ਬੈਠ ਕੇ ਨਿਰੰਕਾਰ ਵਾਹਿਗੁਰੂ ਦੀ ਸਿਫਤ ਕਰਨੀ, ਉਹਦੀ ਸਿਫਤ ਸਲਾਹ ਦੀ ਬਾਣੀ ਸੁਣਨੀ, ਕੀਰਤਨ ਰੂਪ ਦੇ ਅੰਦਰ ਗੁਰੂ ਦਾ ਸ਼ਬਦ ਸੁਣਨਾ, ਕਥਾ ਰੂਪ ਦੇ ਅੰਦਰ ਸ਼ਬਦ ਸੁਣਨਾ। ਸਤਿਗੁਰੂ ਕਹਿੰਦੇ ਲੇਕਿਨ ਹਰ ਬੰਦੇ ਨੂੰ ਪ੍ਰਾਪਤ ਨਹੀਂ ਹੁੰਦੀ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਇਹ ਸਾਧ ਸੰਗਤ ਉਹਨੂੰ ਪ੍ਰਾਪਤ ਹੁੰਦੀ ਹੈ, ਉਹ ਸਾਧ ਸੰਗਤ ਵਿੱਚ ਆ ਕੇ ਬੈਠਦਾ ਹੈ ਜਿਸ ਪੁਰਬ ਲਿਖੇ ਕਾ ਲਹਿਣਾ, ਜਿਹਦੇ ਪੂਰਬਲੇ ਚੰਗੇ ਕਰਮ ਅੱਗੇ ਆ ਜਾਣ, ਕੀਤੀ ਕਰਮ ਪਰਾ ਲਬਦ ਅੱਗੇ ਆ ਜਾਵੇ, ਉਹ ਫਿਰ ਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਨਿਰੰਕਾਰ ਵਾਹਿਗੁਰੂ ਦੀ ਸਿਫਤ ਕਰਦਾ ਹੈ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ ਇਹ ਸਾਚਾ ਸੁਹਿਲਾ, ਸਦਾ ਥੀ ਰਹਿਣ ਵਾਲਾ ਉਸ ਨਿਰੰਕਾਰ ਵਾਹਿਗੁਰੂ ਦਾ ਜਿਹੜੀ ਸਿਫਤ ਸਲਾਹ ਦਾ ਗੀਤ ਹੈ, ਕਿੱਥੇ ਗਾਇਆ ਕਰ, ਸਾਚੇ ਘਰ ਗਾਵੋ। ਸੱਚਾ ਘਰ ਵਾਹਿਗੁਰੂ ਦਾ ਕੀ ਹੈ? ਸਾਧ ਸੰਗਤ। ਸਤਿਗੁਰੂ ਕਹਿੰਦੇ ਇਹ ਸਾਚਾ ਸੁਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸਾਚੇ, ਜਿੱਥੇ ਸਦਾ ਸੱਚ ਧਿਆਵ ਹੈ। ਕਿਉਂਕਿ ਸਾਧ ਸੰਗਤ ਵਿੱਚ ਕੇਵਲ ਇੱਕ ਨਿਰੰਕਾਰ ਵਾਹਿਗੁਰੂ ਦੀ ਸਿਫਤ ਕੀਤੀ ਜਾਂਦੀ ਹੈ, ਇੱਥੇ ਕੇਵਲ ਵਾਹਿਗੁਰੂ ਦੀ ਵਡਿਆਈ ਕੀਤੀ ਜਾਂਦੀ ਹੈ। ਭਾਵੇਂ ਕਿਸੇ ਦਾ ਮਨ ਟਿਕੇ ਨਾ ਟਿਕੇ, ਉਹਨੂੰ ਸੰਗਤ ਵਿੱਚ ਆਉਣਾ ਜ਼ਰੂਰੀ ਹੈ। ਸਿਆਣੇ ਕਹਿੰਦੇ ਹਨ ਪੱਥਰ ਭਾਵੇਂ 100 ਸਾਲ ਪਾਣੀ ਵਿੱਚ ਪਿਆ ਰਵੇ, ਉਹਦੇ ਅੰਦਰ ਕਦੀ ਪਾਣੀ ਨਹੀਂ ਜਾਂਦਾ, ਉਹ ਅੰਦਰੋਂ ਭਿੱਜਦਾ ਨਹੀਂ। ਲੇਕਿਨ ਜਦੋਂ ਸਿਆਣੇ ਨੇ ਉਹਦੇ ਗੁਣਾਂ ਵੱਲ ਦੇਖਿਆ, ਕਹਿਣ ਲੱਗੇ ਬੇਸ਼ੱਕ ਪਾਣੀ ਵਿੱਚ ਰਹਿ ਕੇ ਉਹ ਭਿੱਜਦਾ ਨਹੀਂ ਹੈ, ਲੇਕਿਨ ਇੱਕ ਗੱਲ ਹੈ ਕਿ ਜਿੰਨਾ ਚਿਰ ਉਹ ਪਾਣੀ ਵਿੱਚ ਰਵੇਗਾ, ਉਹ ਮਿੱਟੀ ਘਟੇ ਧੂੜ ਤੋਂ ਬਚਿਆ ਰਵੇਗਾ। ਨਹੀਂ ਕਿ ਜਿਹੜੇ ਪੱਥਰ ਸੜਕਾਂ ਦੇ ਕਿਨਾਰੇ ਪਏ ਰਹਿੰਦੇ ਹਨ, ਆਪ ਦੇਖਦੇ ਹੋ ਸਾਰੀ ਦਿਹਾੜੀ ਮਿੱਟੀ ਘਟਾ ਉਹਨਾਂ ਉੱਤੇ ਪਿਆ ਰਹਿੰਦਾ ਹੈ, ਸਾਰੀ ਦਿਹਾੜੀ ਉਹਨਾਂ ਦੀ ਹਾਲਤ ਬੁਰੀ ਹੈ। ਪੱਥਰ ਭਾਵੇਂ ਪਾਣੀ ਵਿੱਚ ਰਹਿ ਕੇ ਆਪਣੇ ਆਪ ਨੂੰ ਭਿਗਾਉਂਦਾ ਨਹੀਂ ਹੈ, ਅੰਦਰੋਂ ਸੁੱਕਾ ਰਹਿੰਦਾ ਹੈ, ਬਾਹਰੋਂ ਭਿੱਜ ਗਿਆ, ਲੇਕਿਨ ਇੰਨਾ ਤਾਂ ਹੈ ਉਹ ਮਿੱਟੀ ਘਟੇ ਤੋਂ ਬਚਿਆ ਹੋਇਆ ਹੈ। ਜਿੰਨਾ ਚਿਰ ਮਨੁੱਖ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦਾ ਹੈ, ਬੇਸ਼ੱਕ ਉਹਦਾ ਮਨ ਟਿਕਦਾ ਹੈ ਜਾਂ ਨਹੀਂ ਟਿਕਦਾ, ਇਹ ਸਵਾਲ ਨਹੀਂ, ਲੇਕਿਨ ਉਨਾ ਚਿਰ ਉਹ ਸੰਸਾਰ ਦੀ ਇਸ ਨਿੰਦਿਆ ਤੋਂ, ਇਹਨਾਂ ਵਿਕਾਰਾਂ ਤੋਂ, ਇਹਨਾਂ ਚੁਗਲੀਆਂ ਤੋਂ, ਮਿੱਟੀ ਘਟੇ ਤੋਂ ਬਚਿਆ ਤਾਂ ਰਹਿੰਦਾ ਹੈ। ਜਿੰਨਾ ਵੀ ਸਮਾਂ ਅਸੀਂ ਗੁਰੂ ਸੰਗਤ ਵਿੱਚ ਗੁਜ਼ਾਰਦੇ ਹਾਂ, ਇੱਥੇ ਕਿਸੇ ਦੀ ਕੋਈ ਨਿੰਦਿਆ ਨਹੀਂ ਹੁੰਦੀ, ਕਿਸੇ ਦੀ ਕੋਈ ਚੁਗਲੀ ਨਹੀਂ ਹੁੰਦੀ, ਕਿਸੇ ਸੰਸਾਰੀ ਮਨੁੱਖ ਦੀ ਵਡਿਆਈ ਨਹੀਂ ਹੁੰਦੀ। ਇੱਥੇ ਵਡਿਆਈ ਹੁੰਦੀ ਹੈ ਕੇਵਲ ਤਾਂ ਕੇਵਲ ਨਿਰੰਕਾਰ ਵਾਹਿਗੁਰੂ ਦੀ। ਔਰ ਸਤਿਗੁਰ ਨੇ ਸਾਨੂੰ ਹੁਕਮ ਕੀਤਾ ਹੈ, ਕਹਿ ਲਗੇ ਦੁਨੀਆ ਨਾ ਸਲਾਹ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹ। ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ, ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਮਨੁੱਖ, ਉਹ ਕੇਵਲ ਉਸ ਨਿਰੰਕਾਰ ਵਾਹਿਗੁਰੂ ਦੀ ਵਡਿਆਈ ਸਿਫਤ ਕਰਦਾ ਹੈ, ਉਹਦੇ ਗੀਤ ਗਾਉਂਦਾ ਜਿਹੜਾ ਸਦਾ ਵੇ ਪਰਵਾਹ ਹੈ, ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਉਹ ਵਾਹਿਗੁਰੂ ਲਾਪਰਵਾਹ ਨਹੀਂ ਹੈ। ਦੋ ਸ਼ਬਦ ਹਨ, ਲਾਪਰਵਾਹ ਅਤੇ ਬੇਪਰਵਾਹ, ਇਹਨਾਂ 'ਚ ਅੰਤਰ ਹੈ। ਲਾਪਰਵਾਹ ਸੀ ਉਹਨੂੰ ਕਹਿੰਦੇ ਹਾਂ ਜਿਹੜਾ ਆਪਣੇ ਕੰਮ ਵੱਲ ਧਿਆਨ ਨਾ ਦੇਵੇ, ਕਿਸੇ ਕੰਮ ਭੇਜਿਆ ਕੰਮ ਨਹੀਂ ਕੀਤਾ, ਕਹਿੰਦੇ ਇਹ ਤਾਂ ਬੰਦਾ ਬਹੁਤ ਲਾਪਰਵਾਹ ਹੈ। ਲੇਕਿਨ ਵਾਹਿਗੁਰੂ ਲਾਪਰਵਾਹ ਨਹੀਂ ਹੈ। ਸਾਰੇ ਜੀਵ ਸੰਸਾਰ ਦੇ ਉਹਦੇ ਚਿੱਤ ਦੇ ਵਿੱਚ ਹਨ,
ਉਹ ਸੰਸਾਰ ਵਿੱਚ ਖੰਡਾ ਬ੍ਰਹਮੰਡਾ ਵਿੱਚ ਪੈਦਾ ਕੀਤੇ ਜੀਵਾਂ ਨੂੰ ਰੋਜੀ ਦਿੰਦਾ ਹੈ, ਲੇਕਿਨ ਬੇਪਰਵਾਹ ਜ਼ਰੂਰ ਹੈ। ਕਿਸੇ ਕੋਲੋਂ ਡਰਦਾ ਨਹੀਂ, ਕਿਸੇ ਦੀ ਉਹ ਪ੍ਰਵਾਹ ਨਹੀਂ ਕਰਦਾ। ਇਸ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ, ਇਹ ਸਾਚਾ ਸੁਹੇਲਾ ਸਾਚੇ ਕਰ ਗਾਵੋ, ਗਾਵੋ ਤਾਂ ਸੁਹੇਲਾ ਘਰ ਸਾਚੇ, ਜਿੱਥੇ ਸਦਾ ਸੱਚ ਧਿਆਵਹਿ, ਸੱਚੋ ਧਿਆਵੈ ਜਾਂ ਤੁਧ ਭਾਵੈ। ਕਿਹੜੇ ਧਿਆਉਂਦੇ ਹਨ? ਜਿਹੜੇ ਮਾਲਕ ਨੂੰ ਚੰਗੇ ਲੱਗਦੇ ਹਨ। ਸੱਚੋ ਧਿਆਵੇ ਜਾ ਤੁਧ ਭਾਵੈ, ਗੁਰਮੁਖ ਜਿਨ੍ਹਾਂ ਬੁਝਾਵੈ, ਇਹ ਸੱਚ ਸਭਨਾ ਕਾ ਖਸਮ ਹੈ। ਸੱਚ ਤੋਂ ਭਾਵ ਸਦਾ ਸਥਿਰ ਰਹਿਣ ਵਾਲਾ ਮਾਲਕ, ਉਹ ਸਾਰਿਆਂ ਦਾ ਖਸਮ ਹੈ, ਸਾਰਿਆਂ ਦਾ ਮਾਲਕ ਹੈ। ਜਿਹਨੂੰ ਬਾਣੀ ਅੰਦਰ ਸਤਿਗੁਰੂ ਕਹਿੰਦੇ ਹਨ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। हे ਮਾਰਕ ਜੀ, ਤੂੰ ਸਾਡਾ ਮਾਲਕ ਹੈ, ਠਾਕੁਰ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੂੰ ਸਾਡੀ ਪਾਲਣਾ ਕਰਨ ਵਾਲਾ ਹੈ। ਨਾਇਕ, ਤੂੰ ਸਾਡਾ ਆਗੂ ਹੈ, ਅਗਵਾਈ ਕਰਨ ਵਾਲਾ ਹੈ ਜੀਵਨ ਦੀ। ਖਸਮ, ਤੂੰ ਸਾਡਾ ਮਾਲਕ ਹੈ। ਅਸੀਂ ਬੱਚੇ ਤੇਰੇ, ਬੱਚੇ ਤੇਰੀ ਆਸਰੇ ਹਾਂ। ਇਸ ਵਾਸਤੇ ਸਤਿਗੁਰੂ ਕਹਿੰਦੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੈ ਸੋ ਜਨ ਪਾਵੈ। ਲੇਕਿਨ ਇਹ ਨਾਮ ਦੀ ਦਾਤ ਜਿਹਨੂੰ ਮਾਲਕ ਦੇ ਦਿੰਦਾ ਹੈ, ਜਿਹਨੂੰ ਬਖਸ਼ਿਸ਼ ਕਰ ਦਿੰਦਾ, ਉਹਦੀ ਝੋਲੀ ਵਿੱਚ ਪੈਂਦੀ ਹੈ। ਕਿਉਂਕਿ ਨਾਮ ਦੀ ਦਾਤ ਬਾਜ਼ਾਰੋਂ ਮੁੱਲ ਨਹੀਂ ਖਰੀਦੀ ਜਾ ਸਕਦੀ, ਇਹ ਤੇ ਗੁਰੂ ਦੀ ਰਹਿਮਤ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ, ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਇਸ ਵਾਸਤੇ ਸਤਿਗੁਰੂ ਕਹਿੰਦੇ, ਗੁਰੂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਸਿਫਤ ਕਰਿਆ ਕਰੋ। ਪਤਾ ਨਹੀਂ ਗੁਰੂ ਦੀ ਕਿਹਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਿਸੇ ਉੱਤੇ ਪੈ ਜਾਣੀ ਹੈ ਤੇ ਸਤਿਗੁਰੂ ਨੇ ਨਾਮ ਦੀ ਦਾਤ ਉਹਨੂੰ ਦੇ ਦੇਣੀ ਹੈ। ਅੱਜ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਾਵਨ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਹੈ। ਭੱਟਾਂ ਨੇ ਸਵਈਆਂ ਦੇ ਅੰਦਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਿਫਤ ਕਰਦੇ ਆ, ਸਵਈਆ ਉਚਾਰਨ ਕੀਤਾ। ਆਪ ਸਾਰੇ ਨਿਤ ਪੜ੍ਹਦੇ ਹੋ। ਸਤਿਗੁਰੂ ਕਹਿੰਦੇ, ਅਮੈ ਦ੍ਰਿਸ਼ਟ ਸ਼ੁਭ ਕਰੇ, ਹਰੇ ਅਗ ਪਾਪ ਸਕਲ ਮਲ। ਇਤਿਹਾਸ ਅੰਦਰ ਲਿਖਿਆ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਕਿ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਪਹਿਰ ਰਾਤ ਰਹਿੰਦੀ ਉੱਠਦੇ, ਗੁਰੂ ਘਰ ਦਾ ਇਹ ਨੇਮ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਘਰ ਦੀ ਮਰਿਆਦਾ ਹੈ। ਸਤਿਗੁਰੂ ਖੁਦ ਇਸ ਮਰਿਆਦਾ ਨੂੰ ਆਪਣੇ ਜੀਵਨ ਅੰਦਰ ਨਿਭਾਉਂਦੇ ਰਹੇ ਹਨ। ਜਦੋਂ ਸਵਾ ਪਹਿਰ ਰਾਤ ਰਹਿ ਗਈ, ਲਗਭਗ 3 ਘੰਟੇ ਤੋਂ ਵਧੇਕ ਸਮਾਂ ਅਜੇ ਹੈ ਸੂਰਜ ਚੜ੍ਹਨ ਦੇ ਅੰਦਰ, ਸਤਿਗੁਰੂ ਉੱਠਦੇ ਹਨ। ਉੱਠ ਕੇ ਸਤਿਗੁਰੂ ਸੋਚ ਇਸ਼ਨਾਨ ਕਰਦੇ, ਫਿਰ ਉਸ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ, ਆਪਣੀ ਸੁਰਤ ਨੂੰ ਵਾਹਿਗੁਰੂ ਦੇ ਨਾਮ ਵਿੱਚ ਜੋੜਦੇ। ਕਹਿੰਦੇ ਜਦੋਂ ਸੂਰਜ ਦਾ ਝੜਾ ਹੁੰਦਾ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਅੰਮ੍ਰਿਤ ਕਮਰੇ ਵਿੱਚੋਂ ਬਾਹਰ ਆਉਂਦੇ ਤੇ ਅੱਗੇ ਕੋੜੀਆਂ ਦੀਆਂ ਲੈਣਾ ਲੱਗੀਆਂ ਹੁੰਦੀਆਂ ਸਨ। ਔਰ ਜਿਹਦੇ ਉੱਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਹੋ ਜਾਂਦੀ ਸੀ, ਉਹਨਾਂ ਦੇ ਸਾਰੇ ਰੋਗ ਸਤਿਗੁਰੂ ਦੂਰ ਕਰ ਦਿੰਦੇ ਸਨ। ਇਹ ਕੇਵਲ ਉਦੋਂ ਦੀ ਘਟਨਾ ਨਹੀਂ, ਅੱਜ ਵੀ ਘਟਨਾ ਵਾਪਰਦੀ ਹੈ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਉੱਤੇ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਦੇ ਹਨ। ਲੇਕਿਨ ਗੱਲ ਵਿੱਚੋਂ ਇਹ ਹੈ ਕਿ ਅਸੀਂ ਜਿੰਨਾ ਕੁ ਸ਼ਰਧਾ ਦਾ ਭਾਂਡਾ ਲੈ ਕੇ ਆਉਂਦੇ ਹਾਂ, ਉਨੀ ਕੁ ਵਸਤੂ ਲੈ ਕੇ ਚਲੇ ਜਾਂਦੇ ਹਾਂ। ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕੀਤੇ, ਕਹਿਣ ਲੱਗੇ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੇ ਸਭ ਉਪਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਉੱਤੇ ਇੱਕੋ ਜਿਹੀ ਦ੍ਰਿਸ਼ਟੀ ਕਰਦੇ ਪਏ ਹਨ। ਕਿਉਂਕਿ ਗੁਰੂ ਦੀ ਨਿਗਾਹ ਅੰਦਰ ਕੋਈ ਵੱਡਾ ਛੋਟਾ ਨਹੀਂ ਹੈ। ਗੁਰੂ ਦੀ ਨਿਗਾਹ ਅੰਦਰ ਸਾਰੇ ਇੱਕੋ ਜਿਹੇ ਹਨ, ਸਾਰੇ ਬਰਾਬਰ ਹਨ। ਲੇਕਿਨ ਹੁਣ ਗੱਲ ਭਾਵਨਾ ਤੇ ਆ ਕੇ ਖੜੀ ਹੋ ਜਾਂਦੀ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੇ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈਐ। ਭਾਉ ਤੋਂ ਭਾਵ ਹੈ ਪ੍ਰੇਮ, ਸ਼ਰਧਾ। ਜਿੰਨਾ ਕੁ ਅਸੀਂ ਪ੍ਰੇਮ ਗੁਰੂ ਵਾਸਤੇ ਲੈ ਕੇ ਆਉਂਦੇ ਹਾਂ, ਜਾਂ ਜਿੰਨਾ ਕੁ ਸ਼ਰਧਾ ਦਾ ਭਾਂਡਾ ਲੈ ਕੇ ਆਉਂਦੇ ਹਾਂ, ਉਨਾ ਕੁ ਪ੍ਰੇਮ, ਉਨੀ ਸ਼ਰਧਾ, ਉਨਾ ਫਲ ਅਸੀਂ ਲੈ ਕੇ ਚਲੇ ਜਾਂਦੇ ਹਾਂ। ਕਿ ਕੋਈ ਭਾਂਡਾ ਵੱਡਾ ਲੈ ਕੇ ਆਇਆ ਤੇ ਉਹਦੇ ਅੰਦਰ ਵਸਤੂ ਜ਼ਿਆਦੀ ਪੈ ਗਈ, ਕੋਈ ਛੋਟੀ ਜੀ ਕੌਲੀ ਲੈ ਕੇ ਆਇਆ ਤੇ ਉਹਦੇ ਅੰਦਰ ਵਸਤੂ ਉਨੀ ਕੁ ਪਈ। ਮੀਂਹ ਤਾਂ ਇੱਕ ਸਾਰ ਪੈ ਰਿਹਾ ਹੈ, ਉਹਦੇ ਵਿੱਚ ਅਮੀਰ ਖੜਾ ਹੋ ਜਾਵੇ, ਗਰੀਬ ਖੜਾ ਹੋ ਜਾਵੇ, ਸਾਰਿਆਂ ਨੇ ਇੱਕੋ ਜਿਹਾ ਉਹ ਮੀਂਹ ਸਾਰੇ ਉੱਤੇ ਪੈਂਦਾ ਹੈ।
जिन्हें भांडा वड्डा रख लिया उहदे अंदर पानी ज़्यादा पै गया, जिन्हें छोटी कोली रख ली उहदे अंदर पानी घट पै गया। ये शरधा की गल है। इस वास्ते सतगुर कहते हैं दाते दात रखी हथ अपना, जिस भावै तिस देई, नानक नाम रते सुख पाया। ਜਿਹੜੇ ਨਾਮ ਦੇ ਵਿੱਚ ਰਤੇ ਗਏ ਰੰਗੇ ਗਏ ਉਹਨਾਂ ਨੂੰ ਜੀਵਨ ਅੰਦਰ ਆਤਮ ਆਨੰਦ ਦੀ ਪ੍ਰਾਪਤੀ ਹੋਈ, ਸੁਖ ਮਿਲ ਗਿਆ, ਸਦੀਵੀ ਸੁਖ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸਈ। ਫਿਰ ਰੱਬ ਦੇ ਘਰ ਦੇ ਅੰਦਰ ਉਹ ਸੁਰਖਰੂ ਹੋ ਜਾਂਦੇ ਹਨ, ਉਹਨਾਂ ਦੀ ਜਾਣ ਪਹਿਚਾਣ ਬਣਦੀ ਹੈ, ਰੱਬ ਦੇ ਘਰ ਦੇ ਅੰਦਰ ਉਹ ਪ੍ਰਵਾਨ ਹੋ ਜਾਂਦੇ ਹਨ। ਅੱਜ ਦੇ ਪਾਵਨ ਬਚਨਾਂ ਅੰਦਰ ਵੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ, ਹਰ ਪ੍ਰਭ ਸੱਚਾ ਸੁਹਿਲਾ, ਗੁਰਮੁਖ ਨਾਮ ਗੋਵਿੰਦ। ਉਹ ਸਦਾ ਥੀ ਰਹਿਣ ਵਾਲਾ ਪ੍ਰਮਾਤਮਾ ਦਾ ਜਿਹੜਾ ਨਾਮ ਹੈ, ਸ਼ਿਵ ਸਲਾਹ ਦਾ ਜਿਹੜਾ ਗੀਤ ਹੈ, ਗੁਰਮੁਖ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈਂਦੇ ਹਨ, ਨਾਮ ਗੋਵਿੰਦ, ਇਹ ਪ੍ਰਮਾਤਮਾ ਦਾ ਨਾਮ ਉਹਨਾਂ ਦੀ ਝੋਲੀ ਵਿੱਚ ਪੈ ਜਾਂਦਾ ਹੈ। ਅਣਦੇ ਨਾਮ ਸਲਾਹਨਾ, ਹਰ ਜਪਿਆ ਮਨ ਆਨੰਦ। ਫਿਰ ਗੁਰੂ ਜਿਨ੍ਹਾਂ ਉੱਤੇ ਕਿਰਪਾ ਕਰਕੇ, ਗੁਰੂ ਤਰੁੱਠ ਕੇ ਜਿਨ੍ਹਾਂ ਨੂੰ ਇਹ ਨਾਮ ਦੀ ਦਾਤ ਦੇ ਦਿੰਦਾ ਹੈ, ਸਤਿਗੁਰੂ ਕਹਿੰਦੇ ਅਣਦੇ ਨਾਮ ਸਲਾਹਨਾ। ਫਿਰ ਅਣਦਿਨ ਰਾਤ ਦਿਨ ਹਰ ਵੇਲੇ ਹੀ ਉਸ ਨਿਰੰਕਾਰ ਵਾਹਿਗੁਰੂ ਦੀ ਸਿਫਤ ਕਰਦੇ ਹਨ, ਉਹਦੀ ਸਲਾਹੁਣਾ ਕਰਦੇ ਹਨ, ਵਡਿਆਈ ਕਰਦੇ ਹਨ, ਨਾਮ ਜਪਦੇ ਹਨ। ਸਤਿਗੁਰੂ ਕਹਿੰਦੇ ਹਰ ਜਪਿਆ ਮਨ ਆਨੰਦ। ਹਰੀ ਪਰਮਾਤਮਾ ਦਾ ਨਾਮ ਜਪਿਆ ਮਨ ਵਿੱਚ ਆਨੰਦ ਮਿਲਦਾ ਹੈ, ਆਤਮਾ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸੀਂ ਤਾਂ ਬੜੀ ਛੇਤੀ ਕਹਿ ਦਿੰਦੇ ਹਾਂ ਜੀ ਆਨੰਦ ਆ ਗਿਆ। ਸਵੇਰੇ ਪ੍ਰਸ਼ਾਦਾ 8 ਵਜੇ ਛਕਿਆ, ਵਧੀਆ ਲੱਗਾ, ਤੇ ਪੁੱਛਿਆ ਹਾਂਜੀ ਪ੍ਰਸ਼ਾਦਾ ਹੋਰ ਚਾਹੀਦਾ, ਕਿੱਦਾਂ ਲੱਗਾ? ਬਹੁਤ ਆਨੰਦ ਆਇਆ, ਰੱਜ ਗਿਆ, ਆਨੰਦ ਆ ਗਿਆ। ਲੇਕਿਨ ਸਦਾ ਨਹੀਂ। ਫਿਰ 12-1 ਵਜੇ ਭੁੱਖ ਲੱਗ ਜਾਵੇਗੀ, ਪਾਣੀ ਪੀਤਾ, ਗਰਮੀ ਹੈ, ਠੰਡਾ ਪਾਣੀ ਪੀਤਾ, ਆਨੰਦ ਆ ਗਿਆ। ਕਿੰਨਾ ਕੁ ਚਿਰ? 2-4 ਘੰਟੇ ਫਿਰ ਪਾਣੀ ਪੀਣਾ ਪਵੇਗਾ। ਸੰਸਾਰ ਦੇ ਪਦਾਰਥਾਂ ਵਿੱਚੋਂ ਕਦੀ ਆਨੰਦ ਆ ਹੀ ਨਹੀਂ ਸਕਦਾ। ਜੇ ਆਨੰਦ ਆਉਣਾ ਹੈ ਤੇ ਉਹ ਕੇਵਲ ਗੁਰੂ ਦੇ ਕੋਲ ਬੈਠਿਆ ਆਉਣਾ ਹੈ। ਇਸ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰੂ ਕੋਲੋਂ ਪਤਾ ਲੱਗਦਾ ਆਨੰਦ ਹੈ ਕੀ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰੇ। ਇੱਥੇ ਆਨੰਦ ਮਿਲਦਾ ਹੈ। ਜਦੋਂ ਮਾਲਕ ਕਿਰਪਾ ਕਰਦਾ ਹੈ, ਕਿਲਵੇ ਕੱਟੇ, ਉਹਦੇ ਸਾਰੇ ਪਾਪ ਗੁਨਾਹ ਜਿਹੜੇ ਦੁੱਖ ਹਨ ਉਹ ਸਾਰੇ ਕੱਟੇ ਜਾਂਦੇ ਹਨ। ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰਿਆ। ਫਿਰ ਗਿਆਨ ਰੂਪੀ ਸੁਰਮਾ ਉਹਦੇ ਅੱਖਾਂ ਦੇ ਅੰਦਰ, ਮਨ ਰੂਪੀ ਨੇਤਰਾਂ ਦੇ ਅੰਦਰ ਪੈ ਜਾਂਦਾ ਹੈ, ਉਹਨੂੰ ਗਿਆਨ ਹੋ ਜਾਂਦਾ ਹੈ। ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟ ਜਾਂਦਾ ਹੈ। ਅੰਦਰੋਂ ਮੋਹ ਟੁੱਟਣ ਤੋਂ ਭਾਵ ਸੰਸਾਰ ਵਿੱਚ ਰਹਿੰਦਾ ਹੈ, ਪਰਿਵਾਰ ਵਿੱਚ ਰਹਿੰਦਾ, ਬੱਚਿਆਂ ਦੀ ਪਰਵਰਿਸ਼ ਕਰਦਾ, ਪੜ੍ਹਾਉਂਦਾ ਲਿਖਾਉਂਦਾ, ਆਪਣੀ 10 ਨੌਹਾਂ ਦੀ ਕਿਰਤ ਕਰਦਾ ਰਹਿੰਦਾ, ਸੰਸਾਰ ਵਿੱਚ ਹੀ ਹੈ, ਪਰਿਵਾਰ ਵਿੱਚ ਹੀ ਹੈ। ਲੇਕਿਨ ਇੱਕ ਗੱਲ ਉਹਨੇ ਮਨ ਵਿੱਚ ਧਾਰਨ ਕਰ ਲਈ ਕਿ ਇਹ ਪਰਿਵਾਰ ਸਦੀਵੀ ਨਹੀਂ ਹੈ, ਇਹ ਕਾਰੋਬਾਰ ਸਦੀਵੀ ਨਹੀਂ ਹੈ, ਇਹ ਸੰਸਾਰ ਦੇ ਪਦਾਰਥਾਂ ਵਿੱਚ ਮਿਲਿਆ ਸੁੱਖ ਸਦੀਵੀ ਨਹੀਂ ਹੈ। ਉਹਦੇ ਅੰਦਰੋਂ ਮੋਹ ਟੁੱਟ ਜਾਂਦਾ। ਬਾਹਰੋਂ ਪਿਆਰ ਕਰਦਾ ਹੈ ਲੇਕਿਨ ਅੰਦਰੋਂ ਪਿਆਰ ਨਹੀਂ ਕਰਦਾ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਹੈ ਜਿਹੜਾ ਗੁਰੂ ਕੋਲੋਂ ਮਿਲਦਾ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਹਨ, ਜਿਨ੍ਹਾਂ ਕੋਲੋਂ ਗੁਰੂ ਦੇ ਕੋਲੋਂ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਗੁਰੂ ਟੁੱਟ ਕੇ ਕਿਰਪਾ ਕਰਦਾ ਹੈ, ਉਹ ਰਾਤ ਦਿਨ ਹਰ ਵੇਲੇ ਨਿਰੰਕਾਰ ਵਾਹਿਗੁਰੂ ਸਿਫਤ ਕਰਦੇ ਹਨ। ਹਰ ਜਪਿਆ ਮਨ ਆਨੰਦ, ਹਰੀ ਨੂੰ ਜਪ ਕੇ ਉਹਨਾਂ ਦੇ ਮਨ ਵਿੱਚ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਵਡਭਾਗੀ ਹਰ ਪਾਇਆ, ਪੂਰਨ ਪਰਮਾਨੰਦ। ਪਰਮਾ ਆਨੰਦ, ਪਰਮ ਆਨੰਦ ਜਿਹੜਾ ਆਨੰਦ ਦਾ ਸੋਮਾ ਹੈ, ਕਿਉਂਕਿ ਪ੍ਰਮਾਤਮਾ ਕੋਲ ਹੈ ਹੀ ਆਨੰਦ। ਹੁਣ ਜਿਹੜੀ ਚੀਜ਼ ਸਾਡੀ ਜੇਬ ਦੇ ਅੰਦਰ ਹੈ, ਸਾਡੇ ਕੋਲ ਹੈ, ਅਸੀਂ ਉਹੀ ਕਿਸੇ ਨੂੰ ਦੇਵਾਂਗੇ। ਕਿਸੇ ਨੇ ਸਾਡੇ ਕੋਲ 1000 ਰੁਪਇਆ ਮੰਗ ਲਿਆ, ਸਾਡੀ ਜੇਬ 'ਚ 500,000 ਕਿੱਥੋਂ ਦੇਵਾਂਗੇ? ਕਿਉਂਕਿ ਜਿੰਨਾ ਕੁ ਸਾਡੇ ਕੋਲ ਹੈ, ਜੋ ਸਾਡੇ ਕੋਲ ਹੈ, ਅਸੀਂ ਕੇਵਲ ਉਹੀ ਦੇ ਸਕਦੇ ਹਾਂ।
ਉਸ ਨਿਰੰਕਾਰ ਵਾਹਿਗੁਰੂ ਦੇ ਕੋਲੋਂ ਆਨੰਦ ਹੀ ਆਨੰਦ ਹੈ। ਉਹ ਆਨੰਦੇ ਜਪ ਸਾਹਿਬ ਦੇ ਅੰਦਰ ਸਤਿਗੁਰ ਨੇ ਬਚਨ ਕੀਤੇ ਹਨ। ਸਤਿਗੁਰ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਆਨੰਦ ਦਾ ਸੋਮਾ ਹੈ, ਗੋਬਿੰਦੇ ਕਹਿੰਦੇ ਸਤਿਗੁਰ, ਉਹ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਗੋਬਿੰਦ ਹੈ, ਇਸ ਧਰਤੀ ਦਾ ਮਾਲਕ ਹੈ, ਜਿਹਦੇ ਕੋਲ ਸਭ ਕੁਝ ਹੈ। ਇਸ ਵਾਸਤੇ ਸਤਿਗੁਰ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਤੇਰੇ ਘਰ ਵਿੱਚ ਸਭ ਕੁਝ ਹੈ। ਮੰਗਣ ਵਾਲੇ ਦੀ ਹੈ ਕਿ ਉਹ ਕੀ ਮੰਗਦਾ ਹੈ। ਉਹਦੇ ਘਰ ਵਿੱਚ ਸੰਸਾਰ ਦੇ ਪਦਾਰਥ ਵੀ ਹਨ, ਉਹਦੇ ਘਰ ਵਿੱਚ ਆਨੰਦ ਵੀ ਹੈ, ਆਤਮਾ ਆਨੰਦ ਵੀ ਉਹਦੇ ਘਰ ਵਿੱਚ ਪਿਆ। ਮੰਗਣਾ ਸਾਡੇ ਹੱਥ ਵਿੱਚ ਕੀ ਮੰਗਦੇ ਹਾਂ। ਸਤਿਗੁਰ ਜੀ ਕਹਿੰਦੇ ਹਨ ਉਹ ਵਾਹਿਗੁਰੂ ਜਿਹੜਾ ਪਰਮਾਨੰਦ ਹੈ, ਪਰਮ ਆਨੰਦ, ਵੱਡਾ ਆਨੰਦ ਜਿਹਦੇ ਕੋਲ ਹੈ। ਸਤਿਗੁਰ ਕਹਿੰਦੇ ਵਡਭਾਗੀ ਹਰ ਪਾਇਆ। ਵੱਡਿਆਂ ਭਾਗਾਂ ਵਾਲਿਆਂ ਨੇ ਉਸ ਨਿਰੰਕਾਰ ਵਾਹਿਗੁਰੂ ਜਿਹੜਾ ਪਰਮ ਆਨੰਦ ਹੈ, ਜਿਹੜਾ ਪੂਰਨ ਹੈ, ਉਹਦੇ ਨਾਮ ਨੂੰ ਜੀਵਨ ਅੰਦਰ ਵੱਡਿਆਂ ਭਾਗਾਂ ਵਾਲਿਆਂ ਨੇ ਪਾਇਆ ਹੈ। ਕਿਉਂਕਿ ਗੁਰੂ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਨ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਏ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਿੱਥੇ ਪ੍ਰਮਾਤਮਾ ਦਾ ਸਿਮਰਨ ਹੈ ਉੱਥੇ ਕਿਲਵੇ ਪਾਪਾਂ ਨੂੰ, ਦੁੱਖਾਂ ਨੂੰ ਕੋਈ ਜਗ੍ਹਾ ਨਹੀਂ। ਜੈ ਹਰ ਸਿਮਰਨ ਭਇਆ, ਜਿਸ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੈ, ਯਾਦ ਉਹਨੂੰ ਕੀਤਾ ਜਾ ਰਿਹਾ ਹੈ, ਤਹਿ ਉਪਾਦਗਤ ਕੀਨੀ, ਉਥੋਂ ਸਾਰੇ ਗਦ ਆਦੀਆਂ ਬਿਆਦੀਆਂ ਉਪਾਦੀਆਂ ਦੁੱਖ ਚਲੇ ਜਾਂਦੇ ਹਨ। ਅੱਜ ਦੇ ਪਾਵਨ ਹੁਕਮਨਾਮੇ ਅੰਦਰ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਹੋ ਹੀ ਬਖਸ਼ਿਸ਼ ਕੀਤੀ। ਕਹਿਣ ਲੱਗੇ ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਭਇਆ ਪਰਗਾਸਾ, ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰ ਪੂਰਾ ਭੇਟਿਓ ਵਡਭਾਗੀ, ਵੱਡਿਆਂ ਭਾਗਾਂ ਵਾਲਿਆਂ ਨੇ ਗੁਰੂ ਦੇ ਨਾਲ ਮਿਲਾਪ ਕੀਤਾ ਹੈ, ਗੁਰੂ ਨੂੰ ਭੇਟਿਆ ਹੈ, ਮਿਲਾਪ ਕੀਤਾ ਹੈ। ਫਿਰ ਕੀ ਹੋਇਆ, ਮਨੇ ਭਇਆ ਪਰਗਾਸਾ, ਗੁਰੂ ਨੂੰ ਮਿਲਣ ਕਰਕੇ ਫਿਰ ਸਾਡੇ ਅੰਤਰ ਆਤਮੇ ਗਿਆਨ ਆ ਗਿਆ, ਗਿਆਨ ਦਾ ਚਾਨਣ ਹੋ ਗਿਆ, ਅਗਿਆਨ ਅੰਧੇਰਾ ਚਲਾ ਗਿਆ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ ਵੱਡਿਆਂ ਭਾਗਾਂ ਵਾਲਿਆਂ ਨੇ ਉਸ ਨਿਰੰਕਾਰ ਵਾਹਿਗੁਰੂ ਜਿਹੜਾ ਪੂਰਨ ਹੈ, ਜਿਹੜਾ ਪਰਮ ਆਨੰਦ ਹੈ, ਆਨੰਦ ਦਾ ਸੋਮਾ ਹੈ, ਉਸ ਨੂੰ ਪ੍ਰਾਪਤ ਕਰ ਲਿਆ। ਜਨ ਨਾਨਕ ਨਾਮ ਸਲਾਹਿਆ, ਬਹੁੜ ਨਾ ਮਨ ਤਨ ਭੰਗ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ ਹੇ ਨਾਨਕ ਆਖ ਨਾਮ ਸਲਾਹਿਆ, ਜਿਨ੍ਹਾਂ ਨੇ ਉਸ ਨਿਰੰਕਾਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਕੀਤੀ ਹੈ, ਸਿਵ ਸਲਾਹ ਕੀਤੀ ਹੈ, ਜਿਨ੍ਹਾਂ ਨਾਮ ਜਪਿਆ ਹੈ, ਬਹੁੜ ਨਾ ਮਨ ਤਨ ਭੰਗ। ਫਿਰ ਉਹਨਾਂ ਦਾ ਜਿਹੜਾ ਮਨ ਹੈ ਅਤੇ ਤਨ ਹੈ, ਤਨ ਵਿੱਚ ਮਨ ਵਿੱਚ ਉਸ ਨਿਰੰਕਾਰ ਵਾਹਿਗੁਰੂ ਨੂੰ ਵਿਥ ਨਹੀਂ ਪੈਂਦੀ। ਭੰਗ ਤੋਂ ਭਾਵ ਹੈ ਭੰਗ ਹੋ ਜਾਣਾ, ਭਾਵ ਵਿਥ ਪੈ ਜਾਣੀ। ਸਤਿਗੁਰੂ ਜੀ ਕਹਿੰਦੇ ਬਹੁੜ ਨਾ ਮਨ ਤਨ ਭੰਗ, ਫਿਰ ਦੁਬਾਰਾ ਉੱਥੇ ਵਿਥ ਨਹੀਂ ਪੈਂਦੀ। ਉਹ ਆਤਮਾ ਪਰਮਾਤਮਾ ਵਿੱਚ ਮਿਲ ਜਾਂਦੀ ਹੈ। ਉਹ ਜੀਵ ਆਤਮਾ ਉਸ ਨਿਰੰਕਾਰ ਵਾਹਿਗੁਰੂ ਅੰਦਰ ਭੇਦ ਹੋ ਜਾਂਦਾ ਹੈ। ਜਿਹੜੇ ਉਸ ਵਾਹਿਗੁਰੂ ਦੇ ਨਾਮ ਨੂੰ ਸਲਾਉਂਦੇ ਹਨ, ਜਿਹਦੀ ਵਡਿਆਈ ਕਰਦੇ ਹਨ। ਤੇ ਪੌੜੀ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਨ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੈ। ਜਿਹੜਾ ਮਨੁੱਖ ਭਾਵੇਂ ਸਤਿਗੁਰੂ ਦੀ ਕੋਈ ਨਿੰਦਿਆ ਕਿਉਂ ਨਾ ਕਰਦਾ ਹੋਵੇ, ਜਿਹੜਾ ਨਿੰਦਕ ਹੋਵੇ, ਪਹਿਲਾਂ ਜਿਹਦਾ ਸੁਭਾਅ ਹੀ ਬਣ ਗਿਆ ਨਿੰਦਿਆ ਕਰਨਾ, ਹਰ ਵੇਲੇ ਗੁਰੂ ਦੀ ਨਿੰਦਿਆ ਕਰਦੇ ਰਹਿਣਾ, ਹਰ ਵੇਲੇ ਪ੍ਰਮਾਤਮਾ ਦੇ ਨਾਮ ਨੂੰ ਕੋਸਦੇ ਰਹਿਣਾ, ਜਿਹਦਾ ਸੁਭਾਅ ਹੀ ਬਣ ਗਿਆ ਹਰ ਗੱਲ ਵਿੱਚੋਂ ਨੁਕਸ ਕੱਢ ਲੈਣਾ, ਇਹ ਕਿਵੇਂ ਹੋ ਸਕਦਾ ਹੈ, ਇਹ ਕਿਵੇਂ ਹੋ ਸਕਦਾ ਹੈ, ਇਹ ਤਾਂ ਹੋ ਹੀ ਨਹੀਂ ਸਕਦਾ। ਸਤਿਗੁਰੂ ਕਹਿੰਦੇ ਨਿੰਦਿਆ ਕਰਨ ਵਾਲਾ ਬੰਦਾ ਜਿਹੜਾ ਹੈ, ਜਿਹਦਾ ਸੁਭਾਅ ਹੀ ਬਣ ਗਿਆ ਨਿੰਦਿਆ ਕਰਨਾ, ਫਿਰ ਸ਼ਰਨ ਗੁਰ ਆਵੈ। ਜੇ ਕਿਤੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਪਿਛਲੇ ਗੁਣੈ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਰ ਲਾਵੈ। ਫਿਰ ਸਤਿਗੁਰੂ ਉਹਦੇ ਨਿੰਦਿਆ ਕਰਨ ਵਾਲੇ ਸੁਭਾਅ ਨੂੰ ਵਿਚਾਰਦਾ ਨਹੀਂ ਹੈ। ਗੁਰੂ ਦੇ ਅੰਦਰ ਇਹੋ ਤਾਂ ਵੱਡਾ ਗੁਣ ਹੈ। ਬਾਣੀ ਅੰਦਰ ਗੁਰੂ ਅਮਰਦਾਸ ਜੀ ਵਚਨ ਕੀਤੇ, ਕਹਿਣ ਲੱਗੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ। ਹਰੀ ਅੰਦਰ ਇਹ ਸਦਾ ਵਾਸਤੇ ਵਡਿਆਈ ਹੈ, ਗੁਣ ਹੈ, ਦੇ ਨਾ ਪਛੋਤਾਏ।
ਉਹ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਹੈ। ਉਹ ਸਾਡੇ ਗੁਨਾਹਾਂ ਨੂੰ ਵੇਖ ਕੇ ਨੱਕ ਮੂੰਹ ਨਹੀਂ ਮਰੋੜਦਾ। ਕਿੰਨਾ ਵੀ ਪਾਪੀ ਤੋਂ ਪਾਪੀ ਬੰਦਾ ਗੁਰੂ ਚਰਨਾਂ ਵਿੱਚ ਆ ਜਾਵੇ, ਸਤਿਗੁਰੂ ਉਹਨੂੰ ਬਖਸ਼ ਦਿੰਦੇ ਹਨ। ਹਾਂ, ਇੱਕ ਵਾਰ ਆ ਕੇ ਕਹਿ ਦੇਵੇ ਸਤਿਗੁਰੂ ਮੇਰੇ ਕੋਲੋਂ ਗਲਤੀ ਹੋਈ, ਸਤਿਗੁਰੂ ਮੇਰੇ ਕੋਲੋਂ ਪਾਪ ਹੋਇਆ, ਸਤਿਗੁਰੂ ਦੇਰੀ ਨਹੀਂ ਲਾਉਂਦੇ। ਇਸ ਵਾਸਤੇ ਸਤਿਗੁਰੂ ਕਹਿੰਦੇ ਹਨ ਪਿਛੈ ਗੁਣੈ ਸਤਿਗੁਰੂ ਬਖਸ਼ ਲਏ। ਉਹਦੇ ਪਿਛਲੇ ਕੀਤੇ ਹੋਏ ਗੁਨਾਹ ਜਿਹੜੇ ਹਨ, ਪਾਪ ਜਿਹੜੇ ਹਨ, ਉਹ ਸਤਿਗੁਰੂ ਬਖਸ਼ ਲੈਂਦੇ ਹਨ। ਕਿਉਂਕਿ ਬੱਚੇ ਦਾ ਸੁਭਾਅ ਹੈ ਗਲਤੀਆਂ ਕਰਨੀਆਂ, ਤੇ ਮਾਂ ਪਿਓ ਦਾ ਸੁਭਾਅ ਹੈ ਬਖਸ਼ ਲੈਣਾ। ਬਾਣੀ ਅੰਦਰ ਸਤਿਗੁਰੂ ਨੇ ਬਚਨ ਕੀਤੇ, ਕਹਿਣਗੇ ਜੈਸਾ ਬਾਲਗ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਾਰਿ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਸਤਿਗੁਰੂ ਸਾਡੇ ਪਿਛਲੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਲੈ, ਕਿਉਂਕਿ ਅਸੀਂ ਗੁਨਾਹੀ ਇੰਨੇ ਕੀਤੇ ਹਨ, ਅਸੀਂ ਖਤੇ ਬਹੁਤ ਕਮਾਵਦੇ। ਇਹ ਸ਼ਬਦ ਹੈ ਖਤੇ। ਕਈ ਵਾਰ ਅਸੀਂ ਪੜ੍ਹਦੇ ਹਾਂ ਖੱਤੇ। ਖੱਤਾ ਉਹਨੂੰ ਕਿਹਾ ਜਾਂਦਾ ਜੇ ਜ਼ਮੀਨ ਦਾ ਪਹਿਲੇ ਦਾ ਟੁਕੜਾ ਹੋਵੇ, ਉਹਨੂੰ ਕਹਿੰਦਾ ਇੱਕ ਖੱਤਾ, ਦੋ ਖੱਤੇ, ਕਿਆਰਾ ਜਿਹਨੂੰ ਕਿਹਾ ਜਾਂਦਾ ਹੈ। ਇਸ ਦੇ ਸ਼ਬਦ ਹੈ ਖਤੇ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਣਾਗਾਰ। ਸਤਿਗੁਰ ਅਸੀਂ ਬਹੁਤ ਵੱਡੇ ਪਾਪੀ ਹਾਂ, ਅਸੀਂ ਗੁਨਾਹਗਾਰ ਹਾਂ। ਅਸੀਂ ਜੀਵਨ ਅੰਦਰ ਇੰਨੇ ਖਤੇ ਕੀਤੇ, ਇੰਨੀਆਂ ਗਲਤੀਆਂ ਕੀਤੀਆਂ, ਇੰਨੇ ਪਾਪ ਕੀਤੇ, ਇੰਨੇ ਵਿਕਾਰ ਕਮਾਏ। ਸਤਿਗੁਰੂ ਕਿਰਪਾ ਕਰੋ, ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਏ ਸ਼ਰਨ ਦੀ ਲਾਜ ਰੱਖੋ ਤੇ ਕਿਰਪਾ ਕਰਕੇ ਸਾਨੂੰ ਬਖਸ਼ ਲਓ। ਫਿਰ ਸਤਿਗੁਰੂ ਦੇਰੀ ਨਹੀਂ ਲਾਉਂਦਾ। ਜਦੋਂ ਆ ਕੇ ਕਹਿ ਦਿੱਤਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਤੁਸੀਂ ਤਾਂ ਉਹਨਾਂ ਲੋਕਾਂ ਨੂੰ ਤਾਰ ਦਿੰਦੇ ਹੋ ਜਿਹੜੇ ਪੱਥਰਾਂ ਵਰਗੇ, ਜਿਨ੍ਹਾਂ ਦੇ ਦਿਲ ਹਨ ਪੱਥਰ ਨਾਲੋਂ ਵੀ ਜਿਹੜੇ ਜ਼ਿਆਦਾ ਭਾਰੇ ਹਨ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੌਡੇ ਰਾਖਸ਼ ਕੋਲ ਗਏ ਤੇ ਸਤਿਗੁਰ ਨੇ ਬਹੁਤੀ ਦੇਰ ਨਹੀਂ ਲਾਈ, ਉਹਦੇ ਕੋਈ ਕਿਸੇ ਗੁਨਾਹ ਦੀ ਵਿਚਾਰ ਨਹੀਂ ਕੀਤੀ। ਜਦੋਂ ਉਹਨੇ ਮੰਨ ਲਿਆ ਸਤਿਗੁਰੂ ਮੈਂ ਗੁਨਾਹਕਾਰ ਹਾਂ, ਸੰਸਾਰ ਵਿੱਚੋਂ ਮੈਨੂੰ ਛੇਕਿਆ ਗਿਆ, ਸੰਸਾਰ ਦੇ ਲੋਕਾਂ ਨੇ ਮੈਨੂੰ ਨੀਵੀਂ ਜਾਤ ਵਾਲਾ ਕਹਿ ਕੇ ਦੁਰਕਾਰ ਦਿੱਤਾ, ਇਹ ਭੀਲ ਜਾਤ ਦੇ ਲੋਕ ਸਨ। ਲੇਕਿਨ ਜਦੋਂ ਰਾਖਸ਼ ਦਾ ਨਾਮ ਸਾਡੇ ਸਾਹਮਣੇ ਆਉਂਦਾ ਹੈ, ਸਾਡੇ ਅੱਖਾਂ ਅੱਗੇ ਤਸਵੀਰ ਆ ਜਾਂਦੀ, ਉਹਦੇ ਦੋ ਸਿੰਘ ਹੋਣਗੇ, ਉਹਦੇ ਲੰਮੇ ਲੰਮੇ ਦੰਦ ਹੋਣਗੇ, ਉਹ 10-12 ਫੁੱਟ ਉੱਚਾ ਹੋਵੇਗਾ, ਉਹਦਾ ਕਾਲਾ ਰੰਗ ਹੋਵੇਗਾ, ਵੱਡੇ ਵੱਡੇ ਉਹਦੇ ਪੈਰ ਹੋਣਗੇ। ਕਿਉਂ ਐਸਾ ਸਰੂਪ ਸਾਨੂੰ ਦਿਖਾਇਆ ਗਿਆ ਚਿੱਤਰਾਂ ਦੇ ਅੰਦਰ, ਤਸਵੀਰਾਂ ਦੇ ਅੰਦਰ। ਰਾਖਸ਼ ਤੋਂ ਭਾਵ ਹੈ ਜਿਹੜੀ ਮਾੜੀ ਬੁੱਧੀ ਦਾ ਮਾਲਕ ਹੈ। ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਸਤਿਗੁਰੂ ਸਾਨੂੰ ਲੋਕਾਂ ਨੇ ਧਰਕਾਰ ਦਿੱਤਾ, ਲੋਕਾਂ ਨੇ ਆਪਣੇ ਵਿੱਚੋਂ ਬਾਹਰ ਕੱਢ ਦਿੱਤਾ ਨੀਵੀਂ ਜਾਤ ਵਾਲਾ ਕਹਿ ਕੇ। ਅਸੀਂ ਕਿਹਾ ਠੀਕ ਹੈ, ਜੇ ਤੁਸੀਂ ਸਾਨੂੰ ਛੇਕ ਹੀ ਦਿੱਤਾ, ਜੇ ਸਾਨੂੰ ਤੁਸੀਂ ਬਾਹਰ ਹੀ ਕੱਢ ਦਿੱਤਾ, ਅਸੀਂ ਆਪਣੀ ਮਰਜ਼ੀ ਦਾ ਜੀਵਨ ਜਿਉਂਦੇ ਹਾਂ। ਅਸੀਂ ਫਿਰ ਜੰਗਲਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਮਨੁੱਖਾਂ ਨਾਲ ਇੰਨੀ ਕੁ ਨਫ਼ਰਤ ਹੋ ਗਈ ਕਿ ਜਿਹੜਾ ਬੰਦਾ ਹੱਥ ਲਾ ਗਿਆ ਉਹਨੂੰ ਕੜਾ ਵਿੱਚ ਤਲ ਕੇ ਸਾੜ ਕੇ ਉਹਨੂੰ ਖਾ ਲਿਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਇੱਕ ਨਿਗਾਹ ਦੇ ਅੰਦਰ ਹੀ ਸਤਿਗੁਰ ਨੇ ਉਹਦੇ ਸਾਰੇ ਗੁਨਾਹ ਬਖਸ਼ ਦਿੱਤੇ ਔਰ ਉਹਨੂੰ ਉਸ ਇਲਾਕੇ ਦਾ ਪ੍ਰਚਾਰਕ ਬਣਾ ਦਿੱਤਾ, ਉਹਨੂੰ ਸੰਤ ਸੁਭਾਅ ਦਾ ਬਣਾ ਦਿੱਤਾ। ਇਸ ਵਾਸਤੇ ਸਤਿਗੁਰੂ ਕਹਿੰਦੇ ਹਨ ਜਦੋਂ ਕੋਈ ਗੁਰੂ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਪਿਛਲੇ ਗੁਨਾਹ ਦੀ ਵਿਚਾਰ ਨਹੀਂ ਕਰਦਾ, ਸਤ ਸੰਗਤ ਨਾਰ ਲਾਵੇ। ਸਭ ਤੋਂ ਵੱਡੀ ਦਾਤ ਉਹਨੂੰ ਗੁਰੂ ਸੰਗਤ ਵਿੱਚ ਲਿਆ ਕੇ ਰਲਾ ਦਿੰਦਾ, ਬਿਠਾ ਦਿੰਦਾ ਹੈ। ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਿਵੇਂ ਮੀਂਹ ਪੈਂਦਾ ਹੈ ਤੇ ਉਦੋਂ ਫਿਰ ਗਲੀਆਂ ਦਾ, ਨਾਲਿਆਂ ਦਾ, ਟੋਭਿਆਂ ਦਾ ਜਿੰਨਾ ਵੀ ਪਾਣੀ ਹੈ, ਪਵੇ ਵਿੱਚ ਸੁਰਸਰੀ, ਉਹ ਜਾ ਕੇ ਸੁਰਸਰੀ ਵਿੱਚ ਪੈ ਜਾਂਦਾ ਹੈ। ਸੁਰਸਰੀ ਨਦੀ ਹੈ, ਉਹਦੇ ਪੈ ਜਾਂਦਾ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਦੋਂ ਗੰਦਾ ਪਾਣੀ ਨਦੀਆਂ ਨਾਲਿਆਂ ਜਾ ਕੇ ਸੁਰਸਰੀ ਵਿੱਚ ਪੈਂਦਾ ਹੈ, ਫਿਰ ਉਹਨੂੰ ਇਹ ਨਹੀਂ ਕਹਿੰਦਾ ਇਹ ਟੋਭੇ ਦਾ ਪਾਣੀ ਹੈ, ਨਾਲੇ ਦਾ ਪਾਣੀ ਹੈ, ਸਾਰੇ ਕਹਿੰਦੇ ਸਾਰੇ ਸਰਸਵਤੀ ਦਾ ਪਾਣੀ ਹੈ। ਇਹ ਪਵਿੱਤਰ ਹੋ ਗਿਆ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ। ਸਤਿਗੁਰ ਕਹਿੰਦੇ ਇਹ ਪੂਰੇ ਗੁਰੂ ਵਿੱਚ ਵਡਿਆਈ, ਇਹ ਗੁਣ ਹੈ। ਜਿਤ ਮਿਲਿਆ ਤਿਸ਼ਨਾ ਭੁੱਖ ਉਤਰੈ, ਹਰ ਸ਼ਾਂਤ ਤੜ ਆਵੈ। ਜਿਸ ਗੁਰੂ ਨੂੰ ਮਿਲਿਆ ਜੀਵਨ ਵਿੱਚੋਂ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ, ਮਾਇਆ ਦੀ ਭੁੱਖ ਹੈ, ਪਦਾਰਥਾਂ ਦੀ ਭੁੱਖ ਉਤਰ ਜਾਂਦੀ ਹੈ। ਹਰ ਸ਼ਾਂਤ ਤੜ ਆਵੈ।
ਜਿਹਦੇ ਮਨ ਦੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ, ਠੰਡਕ ਆ ਜਾਂਦੀ ਹੈ, ਮਨ ਜਿਹੜਾ ਗੁਰੂ ਚਰਨਾਂ ਵਿੱਚ ਟਿਕ ਜਾਂਦਾ ਹੈ। ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਇਹ ਭਾਈ ਇਹ ਮੇਰੇ ਉਸ ਨਿਰੰਕਾਰ ਵਾਹਿਗੁਰੂ ਜਿਹੜਾ ਸੱਚਾ ਸ਼ਾਹ ਹੈ, ਉਹਦਾ ਇਹ ਅਚਰਜ ਹੈ, ਉਹਦਾ ਕੌਤਕ ਹੈ। ਜੇ ਸਤਿਗੁਰ ਨੂੰ ਮੰਨੇ ਸੋ ਸਭਨਾ ਭਾਵੈ। ਜਿਹੜੇ ਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦੇ ਹਨ, ਜਿਹੜੇ ਗੁਰੂ ਦੇ ਉਪਦੇਸ਼ ਵਿੱਚ ਚੱਲਦੇ ਹਨ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਜੀਵਨ ਦਾ ਧਾਰਨ ਕਰਦੇ ਹਨ, ਸੋ ਸਭਨਾ ਭਾਵੈ। ਉਹ ਮਨੁੱਖ ਵਿੱਚ ਸਾਰਿਆਂ ਨੂੰ ਚੰਗਾ ਲੱਗਦਾ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੁਰ ਕੀਤੀ ਝੱਖ ਝੱਖ ਆਵੈ ਜਾਵੈ। ਸਤਿਗੁਰ ਨੇ ਅੱਜ ਦੇ ਪਾਵਨ ਬਚਨਾਂ ਅੰਦਰ ਸਾਨੂੰ ਉਪਦੇਸ਼ ਦਿੱਤਾ ਕਿ ਭਾਵੇਂ ਮਨੁੱਖ ਦਾ ਸੁਭਾਅ ਹੈ, ਜਾਣੇ ਅਣਜਾਣੇ ਗਲਤੀਆਂ ਹੋ ਜਾਂਦੀਆਂ ਹਨ, ਪਾਪ ਹੋ ਜਾਂਦੇ ਹਨ, ਲੇਕਿਨ ਪਾਪ ਕਰਕੇ ਛਪਾਉਣ ਦੀ ਥਾਂ ਤੇ ਜੇ ਕਿਸੇ ਸੰਸਾਰੀ ਬੰਦੇ ਨਾਲ ਗੱਲ ਨਹੀਂ ਕਰਨੀ ਤੇ ਗੁਰੂ ਨੂੰ ਆ ਕੇ ਕਹਿ ਦਈਏ, ਸਤਿਗੁਰੂ ਮੇਰੇ ਕੋਲੋਂ ਇਹ ਗੁਨਾਹ ਹੋ ਗਿਆ, ਮੇਰੇ ਕੋਲੋਂ ਇਹ ਪਾਪ ਹੋ ਗਿਆ, ਤੁਸੀਂ ਬਖਸ਼ਣ ਵਾਲੇ ਹੋ, ਬਖਸ਼ ਲਓ। ਤੇ ਸਤਿਗੁਰੂ ਫਿਰ ਖਿਣ ਭਰ ਦੇਰ ਨਹੀਂ ਲਾਉਂਦੇ, ਉਹਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਦੇ ਸਾਰੇ ਗੁਨਾਹ ਸਤਿਗੁਰੂ ਬਖਸ਼ ਦਿੰਦੇ ਹਨ। ਬਿਲਾਵਲ ਦੀ ਵਾਰ ਦੀ ਸੰਪੂਰਨਤਾ ਹੋਈ ਹੈ। ਕੱਲ ਨੂੰ ਬਿਲਾਵਲ ਭਗਤਾਂ ਕੀ ਬਾਣੀ ਭਗਤ ਕਬੀਰ ਜੀ ਦੇ ਸ਼ਬਦ ਹਨ, ਉਹ ਪ੍ਰਾਰੰਭ ਹੋਣਗੇ। ਸਿਪਨ ਦੇ ਮਹਾਨ ਵਿਦਵਾਨ ਗਿਆਨੀ ਜਸਵੀਰ ਸਿੰਘ ਜੀ ਖੁਸ਼ਦਿਲ ਕੱਲ ਤੋਂ ਜੋ 1 ਮਹੀਨੇ ਬਾਅਦ ਸਾਡੇ ਕੋਲ ਪਹੁੰਚ ਰਹੇ ਹਨ, ਆਪ ਸੰਗਤਾਂ ਨੂੰ ਗੁਰਬਾਣੀ ਗੁਰ ਸ਼ਬਦ ਨਾਲ ਜੋੜਨਗੇ। ਸੋ ਇਤਨੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦੇ ਆ, ਬਾਣੀ ਪੜ੍ਹਦੇ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭ ਮਾਈ ਪੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ